ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦੀ ਵਿਚਾਰ ਦਾ ਵਿਸ਼ਾ ਸੰਗਤ ਜੀ ਹੈ ਦੁੱਖ। ਸੰਗਤ ਜੀ, ਬੰਦਾ ਕਿਧਰੇ ਵੀ ਰਹਿੰਦਾ ਹੋਵੇ, ਕਿਸੇ ਵੀ ਧਰਮ ਨੂੰ ਮੰਨਦਾ ਹੋਵੇ ਜਾਂ ਕਿਸੇ ਵੀ ਅਵਤਾਰ ਜਾਂ ਪੈਗੰਬਰ ਨੂੰ ਮੰਨਦਾ ਹੋਵੇ, ਉਹ ਦੁੱਖਾਂ ਤੋਂ ਛੁਟਕਾਰਾ ਚਾਹੁੰਦਾ ਹੈ, ਪਰ ਇਹ ਕਦੇ ਹੋ ਨਹੀਂ ਸਕਦਾ। ਬੰਦੇ ਦੇ ਜੀਵਨ ਦੇ ਵਿੱਚ ਦੁੱਖ ਨਾ ਆਉਣ, ਇਹ ਨਹੀਂ ਹੋ ਸਕਦਾ। ਪਰ ਬੰਦਾ ਦੁੱਖਾਂ ਨੂੰ ਚੰਗਾ ਨਹੀਂ ਸਮਝਦਾ। ਇੱਕ ਆਮ ਬੰਦੇ ਅਤੇ ਗੁਰਮੁਖ ਦੇ ਵਿੱਚ ਸਿਰਫ ਇੰਨਾ ਹੀ ਫਾਸਲਾ ਹੁੰਦਾ ਹੈ। ਗੁਰਮੁਖ ਕੇਵਲ ਕੁਝ ਚੀਜ਼ਾਂ ਨੂੰ ਹੀ ਨਹੀਂ, ਸਾਰੀਆਂ ਚੀਜ਼ਾਂ ਨੂੰ ਕਬੂਲ ਕਰਦਾ ਹੈ। ਪਰ ਜੋ ਮਨਮੁਖ ਹੈ, ਜੋ ਮਨਮੁਖ ਬੰਦਾ ਹੁੰਦਾ ਹੈ, ਉਹ ਸਿਰਫ ਕੁਝ ਚੀਜ਼ਾਂ ਨੂੰ ਹੀ ਕਬੂਲ ਕਰਦਾ ਹੈ, ਬਾਕੀ ਚੀਜ਼ਾਂ ਨੂੰ ਨਕਾਰ ਦਿੰਦਾ ਹੈ। ਪਰ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ਕਿ ਬੰਦਿਆ, ਜੇਕਰ ਤੈਨੂੰ ਸੁੱਖ ਚਾਹੀਦਾ ਹੈ ਤਾਂ ਤੈਨੂੰ ਦੁੱਖ ਵੀ ਕਬੂਲਣਾ ਪਏਗਾ। ਗੁਰੂ ਜੀ ਤਾਂ ਇੱਥੋਂ ਤੱਕ ਵੀ ਸਮਝਾਉਂਦੇ ਨੇ ਕਿ ਦੁੱਖ ਭਲਾ ਹੈ, ਦੁੱਖ ਚੰਗਾ ਹੈ, ਦੁੱਖ ਤੁਹਾਨੂੰ ਸਵਾਰਦਾ ਹੈ, ਯਾਨੀ ਦੁੱਖ ਸਮਝੋ ਤੁਹਾਨੂੰ ਨਿਖਾਰ ਦਿੰਦਾ ਹੈ। ਕਹਿੰਦੇ ਨੇ ਜਦੋਂ ਬੰਦੇ ਦੇ ਜੀਵਨ ਦੇ ਵਿੱਚ ਦੁੱਖ ਆਉਂਦਾ ਹੈ ਤਾਂ ਸਾਡੇ ਕੋਲ ਸਿਰਫ ਦੋ ਹੀ ਰਸਤੇ ਹੁੰਦੇ ਨੇ। ਜਾਂ ਤਾਂ ਅਸੀਂ ਦੁੱਖ ਆਉਣ 'ਤੇ ਅਸੀਂ ਆਪਣੇ ਜੀਵਨ ਨੂੰ ਜਾਂ ਆਪਣੇ ਆਪ ਨੂੰ ਅਸਤ ਵਿਅਸਤ ਕਰ ਲਾਂਗੇ, ਜਾਂ ਫਿਰ ਅਸੀਂ ਉਸੇ ਹੀ ਦੁੱਖ ਨੂੰ ਵਰਤ ਕੇ ਇੱਕ ਬਿਹਤਰ ਇਨਸਾਨ ਬਣ ਜਾਵਾਂਗੇ। ਜਾਂ ਇੰਝ ਕਹਿ ਲਓ ਕਿ ਜਾਂ ਤਾਂ ਅਸੀਂ ਦੁੱਖ ਆਉਣ 'ਤੇ ਟੁੱਟ ਜਾਵਾਂਗੇ ਜਾਂ ਇੱਕ ਸਮਝਦਾਰ ਇਨਸਾਨ ਬਣ ਜਾਵਾਂਗੇ। ਜਿੰਨਾ ਬੰਦਾ ਦੁੱਖਾਂ ਦੇ ਵਿੱਚ ਸਮਝਦਾਰ ਬਣਦਾ ਹੈ, ਕਿਸੇ ਤਰ੍ਹਾਂ ਦੀ ਵਿੱਦਿਆ ਜਾਂ ਕਿਸੇ ਤਰ੍ਹਾਂ ਦੇ ਗਿਆਨ ਨੂੰ ਲੈ ਕੇ ਵੀ ਉਹ ਸਮਝਦਾਰ ਨਹੀਂ ਬਣ ਸਕਦਾ। ਇੱਥੇ ਪਾਤਸ਼ਾਹ ਕਹਿੰਦੇ ਨੇ, ਦੁੱਖ ਦਾਰੂ ਸੁੱਖ ਰੋਗ ਪਿਆ, ਯਾਨੀ ਦੁੱਖ ਕਈ ਵਾਰ ਦਾਰੂ ਬਣ ਜਾਂਦਾ ਹੈ, ਇੱਕ ਦਵਾ ਬਣ ਜਾਂਦਾ ਹੈ। ਭਾਵ ਜੇਕਰ ਅਸੀਂ ਦੁੱਖ ਨੂੰ ਕਬੂਲ ਲੈਂਦੇ ਹਾਂ ਤਾਂ ਦੁੱਖ ਜੋ ਹੈ ਦਵਾ ਦਾ ਕੰਮ ਕਰਦਾ ਹੈ। ਸੰਗਤ ਜੀ, ਅਸੀਂ ਰੋਜ਼ ਇਹ ਹੀ ਪੜ੍ਹਦੇ ਹਾਂ ਕਿ ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਬੇਦਾਤ ਤੇਰੀ ਦਾਤਾਰ। ਯਾਨੀ ਬਾਣੀ ਕਹਿੰਦੀ ਹੈ ਕਿ ਸੁੱਖ ਹੀ ਇਕੱਲੀ ਦਾਤ ਨਹੀਂ ਹੈ, ਦੁੱਖ ਵੀ ਇੱਕ ਦਾਤ ਹੈ। ਸੰਗਤ ਜੀ, ਇਹ ਦੁੱਖ ਦਾ ਜੋ ਵਿਸ਼ਾ ਅੱਜ ਅਸੀਂ ਵਿਚਾਰ ਰਹੇ ਹਾਂ, ਸਾਨੂੰ ਚੰਗੀ ਤਰ੍ਹਾਂ ਸਮਝ ਆ ਜਾਏ। ਇੱਕ ਛੋਟੀ ਜਿਹੀ ਘਟਨਾ ਦਾ ਜ਼ਿਕਰ ਇੱਥੇ ਕਰਦੇ ਹਾਂ। ਮਿਡਲ ਦੇ ਅੰਦਰ ਇੱਕ ਬਹੁਤ ਪਿਆਰਾ ਸ਼ਹਿਰ ਸੀ। ਉਸ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਸੁੰਦਰ ਇੱਕ ਮਿਊਜ਼ੀਅਮ ਸੀ। ਉਸ ਮਿਊਜ਼ੀਅਮ ਦੇ ਵਿੱਚ ਇੱਕ ਸੰਗਮਰਮਰ ਦੇ ਪੱਥਰ ਦੀ ਇੱਕ ਸੁੰਦਰ ਮੂਰਤੀ ਸੀ, ਜਿਸ ਦੀ ਦੂਰ ਦੂਰ ਤੱਕ ਚਰਚਾ ਸੀ। ਲੱਖਾਂ ਲੋਕ ਉਸ ਮੂਰਤੀ ਨੂੰ ਵੇਖਣ ਲਈ ਆਉਂਦੇ ਸੀ। ਪੂਰੇ ਮਿਊਜ਼ੀਅਮ ਦੇ ਹਾਲ ਦੇ ਵਿੱਚ ਵੀ ਇੱਕ ਬਹੁਤ ਸੁੰਦਰ ਸੰਗਮਰਮਰ ਦੇ ਪੱਥਰ ਦਾ ਇੱਕ ਫਰਸ਼ ਸੀ, ਜੋ ਬਹੁਤ ਖੂਬਸੂਰਤ ਸੀ। ਇੱਕ ਰਾਤ ਉਹ ਜਿਹੜੀ ਸੰਗਮਰਮਰ ਦੀ ਜਿਹੜੀ ਮੂਰਤੀ ਸੀ ਅਤੇ ਜੋ ਸੰਗਮਰਮਰ ਦਾ ਬਣਿਆ ਹੋਇਆ ਉਸ ਮੂਰਤੀ ਦੇ ਨੀਚੇ ਜੋ ਫਰਸ਼ ਸੀ, ਜੋ
ਸੰਗਮਰਮਰ ਦੀਆਂ ਟਾਈਲਾਂ ਸੀ, ਉਹ ਟਾਈਲਾਂ ਉਸ ਮੂਰਤੀ ਦੇ ਨਾਲ ਆਪਸ ਵਿੱਚ ਗੱਲਬਾਤ ਕਰਦੀਆਂ ਨੇ। ਉਹ ਟਾਈਲਾਂ ਉਸ ਮੂਰਤੀ ਨੂੰ ਕਹਿੰਦੀਆਂ ਨੇ ਕਿ ਜਦੋਂ ਸਾਨੂੰ ਇੱਥੇ ਲਿਆਂਦਾ ਗਿਆ, ਅਸੀਂ ਦੋਨੋਂ ਇੱਕੋ ਸ਼ਹਿਰ ਦੇ ਵਿੱਚੋਂ ਇੱਥੇ ਆਏ ਸੀ। ਸਾਨੂੰ ਇੱਕ ਹੀ ਪੱਥਰ ਦੀ ਖਾਨ ਵਿੱਚੋਂ ਕੱਢਿਆ ਗਿਆ ਸੀ। ਇੱਕ ਹੀ ਟਰਾਲੀ ਦੇ ਵਿੱਚ ਬੈਠ ਕੇ ਅਸੀਂ ਇੱਥੇ ਆਏ ਸੀ। ਇੱਕੋ ਜਿਹਾ ਹੀ ਸਾਡਾ ਦੋਨਾਂ ਦਾ ਆਕਾਰ ਸੀ। ਪਰ ਤੈਨੂੰ ਲੱਖਾਂ ਲੋਕ ਦੇਖਣ ਆਉਂਦੇ ਨੇ, ਤੇਰੀ ਵਡਿਆਈ ਕਰਦੇ ਨੇ, ਤੇਰੀ ਦੂਰ ਦੂਰ ਤੱਕ ਚਰਚਾ ਹੈ। ਪਰ ਮੈਨੂੰ ਉਹ ਸਾਰੇ ਲੋਕ ਪੈਰਾਂ ਦੇ ਥੱਲੇ ਰੋਂਦੇ ਨੇ। ਮੈਂ ਲੋਕਾਂ ਦੇ ਪੈਰਾਂ ਦੇ ਨੀਚੇ ਹਾਂ, ਭਾਵ ਮੇਰੇ ਤੋਂ ਚੱਲ ਕੇ ਉਹ ਤੇਰੇ ਵੱਲ ਆਉਂਦੇ ਨੇ। ਕੀ ਇਹ ਗਲਤ ਨਹੀਂ ਹੈ? ਮੇਰੇ ਨਾਲ ਇਹ ਬੇਇਨਸਾਫੀ ਨਹੀਂ ਹੋ ਰਹੀ? ਹੁਣ ਉਹ ਜੋ ਮੂਰਤੀ ਹੈ, ਉਸ ਨੂੰ ਕਹਿੰਦੀ ਹੈ, ਉਸ ਨੂੰ ਸਮਝਾਉਂਦੀ ਹੈ ਕਿ ਭਾਈ ਗੱਲ ਤਾਂ ਤੇਰੀ ਠੀਕ ਹੈ, ਪਰ ਤੈਨੂੰ ਯਾਦ ਹੋਣਾ ਹੈ ਜਦੋਂ ਅਸੀਂ ਦੋਨੋਂ ਸਿਰਫ ਇੱਕ ਪੱਥਰ ਰੂਪ ਹੀ ਸੀ, ਤਾਂ ਪੱਥਰ ਘੜਨ ਵਾਲਾ ਆਪਣੇ ਤਿੱਖੇ ਔਜ਼ਾਰਾਂ ਦੇ ਨਾਲ, ਛੈਣੀ ਅਤੇ ਹਥੌੜੀ ਦੇ ਨਾਲ ਤੈਨੂੰ ਘੜ ਰਿਹਾ ਸੀ। ਤੈਨੂੰ ਇੱਕ ਸੁੰਦਰ ਰੂਪ ਦੇ ਰਿਹਾ ਸੀ, ਪਰ ਤੂੰ ਉਸ ਦਾ ਵਿਰੋਧ ਕੀਤਾ, ਟੁੱਟ ਗਿਆ। ਤੂੰ ਆਪਣੇ ਉੱਤੇ ਉਸ ਮੂਰਤੀ ਘੜਨ ਵਾਲੇ ਮੂਰਤੀਕਾਰ ਦੇ ਤਿੱਖੇ ਔਜ਼ਾਰਾਂ ਦੀਆਂ ਸੱਟਾਂ ਆਪਣੇ ਸਰੀਰ 'ਤੇ ਬਰਦਾਸ਼ਤ ਨਹੀਂ ਕੀਤੀਆਂ। ਫਿਰ ਉਸ ਮੂਰਤੀਕਾਰ ਨੇ ਤੈਨੂੰ ਫਰਸ਼ 'ਤੇ ਲਗਾ ਦਿੱਤਾ ਅਤੇ ਮੈਨੂੰ ਚੁੱਕ ਲਿਆ। ਫਿਰ ਉਹ ਮੈਨੂੰ ਘੜਨ ਲੱਗ ਗਿਆ, ਪਰ ਮੈਂ ਉਸ ਦਾ ਵਿਰੋਧ ਨਹੀਂ ਕੀਤਾ। ਉਸ ਦੇ ਉਹਨਾਂ ਹੀ ਤਿੱਖਿਆਂ ਔਜ਼ਾਰਾਂ ਦੀ ਸੱਟ ਬਰਦਾਸ਼ਤ ਕਰਦੀ ਰਹੀ। ਉਸ ਮੂਰਤੀਕਾਰ ਨੇ ਮੈਨੂੰ ਆਪਣੇ ਤੇਜ਼ ਔਜ਼ਾਰਾਂ ਦੇ ਨਾਲ ਪੂਰੀ ਤਰ੍ਹਾਂ ਛਿੱਲ ਦਿੱਤਾ। ਮੈਂ ਉਸ ਦੀ ਉਸ ਵਕਤ ਸਾਰੀ ਦਰਦ ਅਤੇ ਸਾਰੀ ਪੀੜਾ ਸਹੀ। ਫਿਰ ਉਸ ਸਾਰੇ ਦਰਦ ਦੇ ਵਿੱਚੋਂ ਮੈਨੂੰ ਇੱਕ ਸੁੰਦਰ ਆਕਾਰ ਮਿਲ ਗਿਆ। ਸਿਰਫ ਐਸੇ ਕਰਕੇ ਅੱਜ ਮੈਂ ਇੱਥੇ ਹਾਂ ਅਤੇ ਤੂੰ ਫਰਸ਼ 'ਤੇ ਹੈ। ਸੰਗਤ ਜੀ, ਇਸੇ ਤਰ੍ਹਾਂ ਹੀ ਜੀਵਨ ਵੀ ਸਾਨੂੰ ਬੜੇ ਦੁੱਖ ਦਿੰਦਾ ਹੈ, ਬੜੀਆਂ ਤਕਲੀਫਾਂ ਦਿੰਦਾ ਹੈ। ਪਰ ਜਿਹੜਾ ਬੰਦਾ ਇਹਨਾਂ ਤਕਲੀਫਾਂ ਔਰ ਇਹਨਾਂ ਦਰਦਾਂ ਨੂੰ ਹੰਢਾ ਲੈਂਦਾ ਹੈ, ਉਹ ਹੀ ਸਹੀ ਮਾਇਨਿਆਂ ਦੇ ਵਿੱਚ ਇੱਕ ਸੁੰਦਰ ਮੂਰਤ ਬਣ ਜਾਂਦਾ ਹੈ। ਗੁਰੂ ਸਾਹਿਬ ਵੀ ਇਹੀ ਕਹਿੰਦੇ ਨੇ ਕਿ ਦੁੱਖ ਕੀ ਹੈ? ਜਿਸ ਤੁਸੀਂ ਦੁੱਖ ਨੂੰ ਕਬੂਲ ਲੈਂਦੇ ਹੋ ਤਾਂ ਦੁੱਖ ਤੁਹਾਨੂੰ ਨਿਖਾਰ ਦਿੰਦਾ ਹੈ, ਇੱਕ ਨਵਾਂ ਤੁਹਾਨੂੰ ਰੂਪ ਮਿਲ ਜਾਂਦਾ ਹੈ। ਸੰਗਤ ਜੀ, ਅੱਜ ਦਾ ਸਮਾਂ ਵੀ ਕੁਝ ਇਸੇ ਤਰ੍ਹਾਂ ਹੀ ਚੱਲ ਰਿਹਾ ਹੈ। ਪੂਰੀ ਦੁਨੀਆ ਦੇ ਵਿੱਚ ਇੱਕ ਡਰਾਉਣ ਵਾਲਾ, ਇੱਕ ਦੁੱਖ ਦੇ ਨਾਲ ਭਰਿਆ ਹੋਇਆ ਵਾਤਾਵਰਣ, ਇੱਕ ਐਸਾ ਮਾਹੌਲ ਪਸਰਿਆ ਹੋਇਆ ਹੈ। ਇਹ ਸਾਡਾ ਇਮਤਿਹਾਨ ਹੈ। ਇਸ ਨੂੰ ਵੀ ਅਸੀਂ ਕਬੂਲਣਾ ਹੈ, ਬਰਦਾਸ਼ਤ ਕਰਨਾ ਹੈ। ਚੰਗੀ ਸਵੇਰ ਜ਼ਰੂਰ ਹੋਏਗੀ, ਚੰਗਾ ਸਮਾਂ ਜ਼ਰੂਰ ਆਏਗਾ। ਬਾਣੀ ਵੀ ਸਾਨੂੰ ਇਹ ਹੀ ਸਮਝਾ ਰਹੀ ਹੈ ਕਿ ਦੁੱਖ ਦਾਰੂ ਸੁਖ ਰੋਗ ਪਿਆ, ਜਾ ਸੁਖ ਤਾਮ ਨਾ ਹੋਈ। ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਬੇਦਾਤ ਤੇਰੀ ਦਾਤਾਰ। ਸੋ ਅੱਜ ਦੀ ਵਿਚਾਰ ਤੋਂ ਇਹ ਸਾਹਮਣੇ ਨਿਕਲ ਕੇ ਆਉਂਦਾ ਹੈ ਕਿ ਅਸੀਂ ਦੋ ਤਰ੍ਹਾਂ ਦੇ ਨਾਲ ਅਸੀਂ ਦੁੱਖ ਨੂੰ ਵਰਤ ਸਕਦੇ ਹਾਂ।
ਜਾਂ ਤਾਂ ਦੁੱਖ ਆਏ ਤੇ ਅਸੀਂ ਟੁੱਟ ਜਾਈਏ, ਜਾਂ ਫਿਰ ਉਸ ਦੁੱਖ ਭਰੀਆਂ ਪਰਿਸਥਿਤੀਆਂ ਨੂੰ ਕਬੂਲ ਕਰਕੇ ਹੰਡਾਉਣ ਲੱਗ ਜਾਈਏ। ਸਾਨੂੰ ਸੰਗਤ ਜੀ ਹੰਡਾਉਣਾ ਤਾਂ ਪਏਗਾ ਹੀ ਪਏਗਾ, ਸਾਨੂੰ ਘੜਨਾ ਤੇ ਜ਼ਰੂਰ ਹੀ ਪਏਗਾ। ਅਸੀਂ ਕਹਿ ਸਕਦੇ ਹਾਂ ਕਿ ਜੋ ਵੀ ਇਸ ਸੰਸਾਰ ਦੇ ਵਿੱਚ ਕੀਮਤੀ ਚੀਜ਼ ਹੈ, ਉਸ ਦੀ ਕੀਮਤ ਸਾਨੂੰ ਜ਼ਰੂਰ ਚੁਕਾਣੀ ਹੀ ਪਏਗੀ। ਅੱਜ ਦੀ ਵਿਚਾਰ ਇੰਨੀ ਹੀ। ਅੱਜ ਦੀ ਵਿਚਾਰ ਦੇ ਵਿੱਚ ਹੋਈਆਂ ਭੁੱਲਾਂ ਨੂੰ ਸੰਗਤ ਮਾਫ਼ ਕਰੇ ਜੀ। ਅਸੀਂ ਕੁਛ ਇਸੇ ਤਰ੍ਹਾਂ ਦੀਆਂ ਵਿਚਾਰਾਂ ਅੱਗੇ ਵੀ ਕਰਦੇ ਰਹਾਂਗੇ। ਇਸ ਨਾਲ ਆਪ ਵੀ ਸੰਗਤ ਜੀ ਜੁੜੋ ਔਰ ਹੋਰਾਂ ਨੂੰ ਵੀ ਜੋੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।